ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ ਜਿਹੜੀਆਂ ਅੱਜ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਅਮਰੀਕਾ ਦੀਆਂ ਵੱਡੀਆਂ ਖਬਰਾਂ ਦੇ ਉੱਪਰ। ਅਮਰੀਕਾ ਦੇ ਵਿੱਚ ਇਸ ਸਮੇਂ ਭਿਆਨਕ ਤੂਫਾਨ ਆਇਆ ਹੋਇਆ ਹੈ ਜਿਸ ਨੇ ਟੈਕਸਸ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ। ਇਸ ਕਾਰਨ 23 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਇਹਨਾਂ ਵਿੱਚੋਂ ਕਈ ਹਸਪਤਾਲ ਤੋਂ ਛੁੱਟੀ ਲੈ ਚੁੱਕੇ ਹਨ ਪਰ ਕਈਆਂ ਨੂੰ ਅਜੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਟੈਕਸਸ ਵਿੱਚ ਇਸ ਤੂਫਾਨ ਦੇ ਕਾਰਨ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕਾ 'ਚ ਆਏ ਤੂਫਾਨ ਕਾਰਨ 23 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਇਹ ਤੂਫਾਨ ਟੈਕਸਸ ਦੇ ਵਿੱਚ ਆਇਆ ਜਿਸ ਕਾਰਨ ਕਈ ਲੋਕ ਪ੍ਰਭਾਵਿਤ ਹੋ ਰਹੇ ਹਨ। ਆਫੀਸ਼ੀਅਲਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਉਸ ਵਿੱਚ ਦੱਸਿਆ ਗਿਆ ਹੈ ਕਿ ਦਰਜਨਾਂ ਹੀ ਲੋਕ ਇਸ ਟੋਰਨੇਡੋ ਦੇ ਕਾਰਨ ਜ਼ਖਮੀ ਹੋਏ ਨੇ। ਰਾਹਤ ਦੀ ਖਬਰ ਇਹ ਰਹੀ ਕਿ ਇਸ ਦੌਰਾਨ ਕਿਸੇ ਦੀ ਵੀ ਜਾਨ ਨਹੀਂ ਗਈ ਜਿਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ 23 ਜਾਣੇ ਜ਼ਖਮੀ ਹੋਏ ਉਹਨਾਂ ਵਿੱਚੋਂ 12 ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਜਿਹੜੇ ਬਾਕੀ 11 ਜਾਣੇ ਨੇ ਜਾਂ ਤਾਂ ਉਹ ਇਲਾਜ ਲਈ ਹਸਪਤਾਲ ਵਿੱਚ ਨਹੀਂ ਗਏ ਜਾਂ ਫਿਰ ਉਹ ਹਨ ਜਿਨ੍ਹਾਂ ਦਾ ਇਲਾਜ ਖਤਮ ਹੋ ਗਿਆ ਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਦੱਸਣਯੋਗ ਹੈ ਕਿ ਟੈਕਸਸ ਦੇ ਕਈ ਹਿੱਸੇ ਟੋਰਨੇਡੋ ਦੇ ਕਾਰਨ ਪ੍ਰਭਾਵਿਤ ਹੋਏ ਨੇ ਜਿੱਥੇ ਨੈਸ਼ਨਲ ਵੈਦਰ ਸਰਵਿਸਿਜ਼ ਵੱਲੋਂ ਇਸ ਟੋਰਨੇਡੋ ਦੇ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਤੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਖਾਸ ਖਿਆਲ ਰੱਖਣ। ਇਸੇ ਦੇ ਨਾਲ ਹੀ ਕਈ ਦਰੱਖਤ ਪੁੱਟੇ ਜਾਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਵੈਦਰ ਸਰਵਿਸ ਵੱਲੋਂ ਸਟਾਰਮ ਦੇ ਸਰਵੇ ਵਾਸਤੇ ਬੈਲ ਅਤੇ ਵਿਲਮਸਨ ਕਾਉਂਟੀਜ਼ ਦੇ ਵਿੱਚ ਸਰਵੇ ਟੀਮ ਨੂੰ ਭੇਜਿਆ ਜਾਵੇਗਾ ਤਾਂ ਕਿ ਇਸ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ। ਜਾਣਕਾਰੀ ਲਈ ਦੱਸ ਦਈਏ ਕਿ ਇਸ ਟੋਰਨੇਡੋ ਨਾਲ ਨਾਰਥ ਈਸਟਰਨ ਟੈਕਸਸ, ਲੋਵਾ, ਸਦਰਨ ਅਰਕਾਨਾਸ ਅਤੇ ਹੋਰ ਕਈ ਜਗ੍ਹਾ ਪ੍ਰਭਾਵਿਤ ਹੋ ਰਹੀ ਹੈ। ਕੈਲੀਫੋਰਨੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਹੋਟਲ ਨੂੰ ਅੱਗ ਲੱਗ ਗਈ। ਇਹ ਹੋਟਲ ਨਿਰਮਾਣ ਅਧੀਨ ਸੀ। 4 ਮੰਜ਼ਿਲਾ ਹੋਟਲ ਦੀ ਦੂਸਰੀ ਇਮਾਰਤ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਇਹ ਅੱਗ ਅੱਗੇ ਵੀ ਫੈਲ ਗਈ। ਫਿਲਹਾਲ ਇਸ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੋਟਲ ਵਿੱਚ ਇਹ ਅੱਗ ਕਿਵੇਂ ਲੱਗੀ। ਕੈਲੀਫੋਰਨੀਆ ਦੇ ਇੱਕ ਹੋਟਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦਰਅਸਲ ਇਹ ਮਾਮਲਾ ਸਦਰਨ ਕੈਲੀਫੋਰਨੀਆ ਹੋਟਲ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਨਿਰਮਾਣ ਅਧੀਨ ਸੀ। ਇਸ ਨਿਰਮਾਣ ਅਧੀਨ ਹੋਟਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਾਫੀ ਧੂਆਂ ਉੱਡਦਾ ਹੋਇਆ ਵੀ ਦਿਖਾਈ ਦਿੱਤਾ। ਦ ਵੈਂਚੂਰਾ ਕਾਉਂਟੀ ਫਾਇਰ ਡਿਪਾਰਟਮੈਂਟ ਵੱਲੋਂ ਇਸ ਘਟਨਾ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਮਾਮਲਾ ਸ਼ਾਮ 7:30 ਦੇ ਕਰੀਬ ਸਾਹਮਣੇ ਆਇਆ ਜਿੱਥੇ 4 ਮੰਜ਼ਿਲਾ ਹੋਟਲ ਦੀ ਦੂਸਰੀ ਇਮਾਰਤ ਨੇ ਅੱਗ ਫੜ ਲਈ। ਇਹ ਹੋਟਲ ਹਾਈਵੇ 401 ਦੇ ਨੇੜੇ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਲਾਸ ਐਂਜਲਸ ਤੋਂ 50 ਮੀਲ ਨਾਰਥ ਵੈਸਟ ਦੇ ਵੱਲ ਹੈ। ਇਸ ਤੋਂ ਬਾਅਦ ਵਿਭਾਗ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੇਖਦਿਆਂ ਇਹ ਅੱਗ ਅੱਗੇ ਫੈਲ ਗਈ ਜਿੱਥੇ ਹੋਰ ਵੀ ਮੰਜ਼ਿਲਾਂ ਵੱਲ ਇਹ ਅੱਗ ਵਧਦੀ ਹੋਈ ਦਿਖਾਈ ਦਿੱਤੀ। ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਮਾਰਤ ਦੇ ਉੱਪਰਲੇ ਹਿੱਸਿਆਂ ਦੇ ਉੱਪਰ ਵੀ ਅੱਗ ਫੈਲ ਗਈ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਤੇ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਿਪਾਰਟਮੈਂਟ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੁਝ ਸਮੇਂ ਲਈ ਹਾਈਵੇ ਦੇ ਹਿੱਸਿਆਂ ਨੂੰ ਬੰਦ ਰੱਖਿਆ ਗਿਆ ਅਤੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ। ਮੌਕੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਹੋਟਲ ਨੂੰ ਅੱਗ ਲੱਗੀ ਹੋਈ ਹੈ ਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਫਿਲਹਾਲ ਫਾਇਰ ਆਫੀਸ਼ੀਅਲਸ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਇੱਥੇ ਹੋਟਲ ਦੇ ਵਿੱਚ ਅੱਗ ਕਿਵੇਂ ਲੱਗੀ। ਇਹ ਅਜੇ ਉਹਨਾਂ ਵੱਲੋਂ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਹਵਾਈ ਸਫ਼ਰ ਕਰਨ ਵਾਲੇ ਧਿਆਨ ਦੇਣ ਕਿਉਂਕਿ ਹੁਣ ਹਵਾਈ ਸਫ਼ਰ ਮਹਿੰਗਾ ਹੋਣ ਜਾ ਰਿਹਾ ਹੈ। ਜੀ ਹਾਂ, ਫਲਾਈਟ ਟਿਕਟਾਂ ਹੁਣ ਮਹਿੰਗੀਆਂ ਹੋਣ ਜਾ ਰਹੀਆਂ ਨੇ ਜਿਸ ਬਾਰੇ ਅਮਰੀਕਾ ਤੋਂ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਪਿੱਛੇ ਕੀ ਕਾਰਨ ਹੈ ਇਹ ਵੀ ਦੱਸਿਆ ਗਿਆ। ਹੁਣ ਹਵਾਈ ਯਾਤਰਾ ਕਰਨੀ ਮਹਿੰਗੀ ਹੋਣ ਜਾ ਰਹੀ ਹੈ ਜਿੱਥੇ ਹਵਾਈ ਸਫ਼ਰ ਦੇ ਕਿਰਾਏ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਵਾਈ ਸਫ਼ਰ ਕਰਨਾ ਹੁਣ ਮਹਿੰਗਾ ਹੋ ਰਿਹਾ ਹੈ। ਟਿਕਟਾਂ ਦੀ ਕੀਮਤ ਵਿੱਚ ਜੋ ਵਾਧਾ ਕੀਤਾ ਜਾ ਰਿਹਾ ਹੈ ਉਸ ਤੋਂ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਇਹਨਾਂ ਵੱਧ ਰਹੀਆਂ ਕੀਮਤਾਂ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੋ ਲਗਾਤਾਰ ਈਂਧਣ ਦੀਆਂ ਕੀਮਤਾਂ ਵਧ ਰਹੀਆਂ ਹਨ ਇਸੇ ਕਾਰਨ ਹੁਣ ਹਵਾਈ ਸਫ਼ਰ ਵੀ ਮਹਿੰਗਾ ਹੋ ਰਿਹਾ ਹੈ। ਦੱਸ ਦਈਏ ਕਿ ਐਡੋਬ ਡਿਜੀਟਲ ਇਕਨੋਮੀ ਇੰਡੈਕਸ ਵੱਲੋਂ ਕੁਝ ਅੰਕੜੇ ਵੀ ਪੇਸ਼ ਕੀਤੇ ਗਏ ਜਿਸ ਵਿੱਚ ਉਹਨਾਂ ਦੱਸਿਆ ਕਿ ਡੋਮੈਸਟਿਕ ਫਲਾਈਟਸ ਉੱਪਰ ਕਿੰਨਾ ਪੈਸਾ ਖਰਚ ਕੀਤਾ ਗਿਆ। ਇਹਨਾਂ ਅੰਕੜਿਆਂ ਦੇ ਵਿੱਚ ਦੱਸਿਆ ਗਿਆ ਹੈ ਕਿ ਡੋਮੈਸਟਿਕ ਯੂਐਸ 에ਅਰਲਾਈਨ ਟਿਕਟਸ ਦੇ ਉੱਪਰ 8.8 ਬਿਲੀਅਨ ਡਾਲਰ ਖਰਚ ਕੀਤੇ ਗਏ ਜੋ ਕਿ ਪੈਂਡੈਮਿਕ ਤੋਂ ਪਹਿਲਾਂ ਮਾਰਚ 2019 ਦੀ ਤੁਲਨਾ ਵਿੱਚ 28% ਵੱਧ ਦੱਸਿਆ ਗਿਆ। ਇਸ ਤੋਂ ਇਲਾਵਾ ਕਿਰਾਏ ਵਿੱਚ 20% ਦਾ ਵਾਧਾ ਹੋਇਆ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਬੁਕਿੰਗ 12% ਹੀ ਵੱਧ ਹੋਈ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਇਸ ਸਮੇਂ ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਤੋਂ ਬਾਅਦ ਲੋਕ ਵੀ ਆਪਣਾ ਦੁੱਖ ਸਾਂਝਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਵਧ ਰਹੀ ਗੈਸ ਦੀ ਕੀਮਤ ਕਾਰਨ ਉਹਨਾਂ ਦੀ ਜੇਬ ਉੱਪਰ ਕਾਫੀ ਅਸਰ ਪੈ ਰਿਹਾ ਹੈ। ਇਕੱਲੀਆਂ ਗੈਸ ਦੀਆਂ ਕੀਮਤਾਂ ਹੀ ਨਹੀਂ ਬਲਕਿ ਹੋਰ ਵੀ ਚੀਜ਼ਾਂ ਦੀ ਲਗਾਤਾਰ ਮਹਿੰਗਾਈ ਵਧਦੀ ਹੀ ਜਾ ਰਹੀ ਹੈ। ਪਿਛਲੇ ਦਿਨੀ ਅਮਰੀਕਾ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਸੀ, ਜਿਸ ਵਿੱਚ ਦੱਸਿਆ ਗਿਆ ਕਿ ਮਹਿੰਗਾਈ ਨੇ ਪਿਛਲੇ 40 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਭਾਵ ਕਿ ਇੱਥੇ ਮਹਿੰਗਾਈ ਰਿਕਾਰਡ ਪੱਧਰ ਦੇ ਉੱਪਰ ਪਹੁੰਚਦੀ ਹੋਈ ਦਿਖਾਈ ਦੇ ਰਹੀ ਹੈ। ਆਰਥਿਕਤਾ ਇਸ ਸਮੇਂ ਜਿਸ ਤਰ੍ਹਾਂ ਪ੍ਰਭਾਵਿਤ ਹੋਈ ਹੈ, ਉਸ ਤੋਂ ਬਾਅਦ ਐਕਸਪਰਟਸ ਵੀ ਲਗਾਤਾਰ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੇ ਹਨ। ਅਮਰੀਕਾ ਵਿੱਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਹੋਣ ਲੱਗੇ ਨੇ, ਜਿਸ ਨੂੰ ਧਿਆਨ ਵਿੱਚ ਰੱਖਦਿਆਂ CDC ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਹਨਾਂ ਦਾ ਕਹਿਣਾ ਹੈ ਕਿ ਜਹਾਜ਼ ਅਤੇ ਰੇਲ ਗੱਡੀ ਦੇ ਉੱਪਰ ਅਜੇ ਵੀ ਮਾਸਕ ਪਾਉਣਾ ਜਾਰੀ ਰੱਖਿਆ ਜਾਵੇ। ਇਹ ਗੱਲ ਉਹਨਾਂ ਵੱਲੋਂ 15 ਹੋਰ ਦਿਨਾਂ ਵਾਸਤੇ ਕਹੀ ਗਈ ਹੈ। ਭਾਵ ਕਿ ਜੋ ਇਸ ਨਿਯਮ ਦੀ ਮਿਆਦ ਖਤਮ ਹੋਣ ਵਾਲੀ ਸੀ, ਉਸ ਨੂੰ ਅਗਲੇ 15 ਦਿਨਾਂ ਦੇ ਲਈ ਫਿਰ ਤੋਂ ਵਧਾ ਦਿੱਤਾ ਗਿਆ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਫਿਰ ਤੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਅਮਰੀਕੀ ਸਰਕਾਰ ਵੱਲੋਂ ਵੀ ਹੁਣ ਖਾਸ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ, ਜਿਸ ਵਿੱਚ CDC ਵੱਲੋਂ ਐਲਾਨ ਕਰਦਿਆਂ ਕਿਹਾ ਗਿਆ ਕਿ ਜਹਾਜ਼ ਅਤੇ ਰੇਲ ਸਫ਼ਰ ਦੌਰਾਨ ਮਾਸਕ ਲਾਜ਼ਮੀ ਅਜੇ ਵੀ ਜਾਰੀ ਰਹਿਣ ਵਾਲਾ ਹੈ। ਇਸ ਲਾਜ਼ਮੀ ਮਾਸਕ ਨੀਤੀ ਨੂੰ 15 ਦਿਨਾਂ ਦੇ ਲਈ ਹੋਰ ਵਧਾ ਦਿੱਤਾ ਗਿਆ। ਜੀ ਹਾਂ, ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਹੁਣ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਜਾ ਰਿਹਾ ਹੈ, ਜਿੱਥੇ ਮਈ ਮਹੀਨੇ ਦੌਰਾਨ ਪਲੇਨ ਅਤੇ ਟ੍ਰੇਨ ਦੇ ਉੱਪਰ ਮਾਸਕ ਪਾਉਣਾ ਲਾਜ਼ਮੀ ਰਹਿਣ ਵਾਲਾ ਹੈ। ਦੱਸ ਦਈਏ ਕਿ ਯਾਤਰੀਆਂ ਵਾਸਤੇ ਜੋ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਸੀ, ਇਸ ਦੀ ਮਿਆਦ 18 ਅਪ੍ਰੈਲ ਨੂੰ ਮੁੱਕਣ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਇਸ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਨਿਯਮ ਹੁਣ 3 ਮਈ ਤੱਕ ਜਾਰੀ ਰਹਿਣ ਵਾਲਾ ਹੈ, ਜਿਸ ਬਾਰੇ CDC ਵੱਲੋਂ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦੇਖੇ ਜਾ ਰਹੇ ਹਨ। ਇਨ੍ਹਾਂ ਕੇਸਿਸ ਦੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਕਾਫੀ ਥਾਵਾਂ ਦੇ ਉੱਪਰ ਸਖਤੀ ਵੀ ਕੀਤੀ ਜਾ ਰਹੀ ਹੈ। ਫਿਲਾਡੈਲਫੀਆ ਤੋਂ ਅਜਿਹੀ ਜਾਣਕਾਰੀ ਸਾਹਮਣੇ ਆਈ, ਜਿੱਥੇ ਇੰਡੋਰ ਮਾਸਕ ਮੈਂਡੇਟ ਕਰ ਦਿੱਤਾ ਗਿਆ ਹੈ। ਭਾਵ ਕਿ ਇੰਡੋਰ ਜਗ੍ਹਾ ਦੇ ਉੱਪਰ ਮਾਸਕ ਪਾਉਣਾ ਅਜੇ ਵੀ ਜ਼ਰੂਰੀ ਰਹਿਣ ਵਾਲਾ ਹੈ। ਦੱਸ ਦਈਏ ਕਿ ਅਮਰੀਕਾ ਵਿੱਚ ਜਿਹੜੇ ਇਸ ਸਮੇਂ ਮਾਮਲੇ ਵਧ ਰਹੇ ਹਨ, ਉਸ ਪਿੱਛੇ ਓਮਿਕਰੌਨ ਸਬ ਵੇਰੀਐਂਟ ਨੂੰ ਕਾਰਨ ਦੱਸਿਆ ਜਾ ਰਿਹਾ ਹੈ, ਜੋ ਕਿ ਕਾਫੀ ਤੇਜ਼ੀ ਨਾਲ ਫੈਲਦਾ ਹੈ। ਅਮਰੀਕਾ ਹੀ ਨਹੀਂ, ਹੋਰ ਵੀ ਦੇਸ਼ਾਂ ਵਿੱਚ ਇਸ ਦਾ ਫੈਲਾਅ ਨਜ਼ਰ ਆਉਣ ਲੱਗਾ ਹੈ, ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿਹੜੀ ਰਾਹਤ ਦਿੱਤੀ ਗਈ ਸੀ, ਉਸ ਦੇ ਉੱਪਰ ਵਿਚਾਰ ਹੋਣ ਲੱਗੀ ਹੈ। ਪਿਛਲੇ ਦਿਨੀ ਨਿਊਯਾਰਕ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਗਨਮੈਨ ਵੱਲੋਂ ਕਈਆਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਇਸ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਗਨਮੈਨ ਨੂੰ गिरफ्तार कर लिया गया, जिसकी पहचान भी उन्हां वल्लों जनतक की गई। हुण तक इस मामले के बारे की अपडेट सामने आई है, तुहानूं दस्सांगे इस खबर विच। पिछले दिनी अमेरिका के सबवे स्टेशन ते गोलियां चलन का जिहड़ा मामला सामने है, उस संबंध विच पुलिस वल्लों सस्पैक्ट नूं गिरफ्तार कर लिया गया है। इस सस्पैक्ट वल्लों न्यूयॉर्क के सबवे स्टेशन उपर 10 जाणियां ते गोलियां चलाईयां गईयां, जिस संबंध विच हुण उस नूं चार्ज किया गया। इस उपर फैडरल टूरिज्म ऑफेंस के चार्ज लगाए गए हैं। इस घटना के बारे US अटॉर्नी फॉर ईस्टर्न डिस्ट्रिक्ट ऑफ न्यूयॉर्क वालों जानकारी साझी की गई, जिथे उन्होंने सस्पैक्ट का नाम भी जनतक किया। इसका नाम फ्रैंक आर जेम्स दस्या गया, जिसकी उम्र 62 साल के करीब है। फिलहाल पुलिस वालों इसनूं गिरफ्तार किया गया है। दस दिए कि न्यूयॉर्क के सबवे स्टेशन तो जिहड़ा गोलीबारी का मामला सामने आया सी, इत्थे जिहड़े लोग जख्मी होए उन्हां विच 5 जाणे अजिहे सन जिहड़े गंभीर रूप विच जख्मी दस्से गए। इन्हां दी हालत अजे भी गंभीर बनी हुई है, पर कहा जा रहा है कि जिहड़े 10 जाणियां ते उपर गोलियां लगियां ने उन्हां दी हालत खतरे तो बाहर है। जिक्रयोग है कि इस गनमैन वल्लों पहला स्मोक ग्रेनेड सुट्टे गए ते बाद विच इसने गोलियां चलाउणियां शुरू कर दित्तियां। इस वल्लों 9mm हैंडगन दे नाल 33 फायर कीते गए, जिस बारे पुलिस ने जानकारी दित्ती। इस मामले के संबंध विच होर की अपडेट सामने आई है, आओ तुहानूं सुणाउंदे हां। Today was a dark day for all of us. But the bright spots of the incredible heroism of our fellow New Yorkers helping each other in a time of crisis, the quick response by our first responders, and the hard work by all of our law enforcement partners that has been ongoing is truly a bright spot here. Today, Frank James has been charged by complaint in Brooklyn Federal Court with one count of violating 18 USC sections 1992 A7 and B1, which prohibits terrorist and other violent attacks against mass transportation systems. He has been apprehended. He will be arraigned in federal court in Brooklyn, and if convicted, he will face a sentence of up to life imprisonment.
My office is prepared to prove beyond a reasonable doubt that on April 12th, 2022, in Sunset Park, Brooklyn, in the Eastern District of New York, Frank James did knowingly and without lawful authority and permission commit an act, including the use of a dangerous weapon, with the intent to cause death and serious bodily injury to passengers and MTA employees on the New York City subway system. The government will prove, among other things, that James traveled across state lines in order to commit the offense and transported materials across a state line in aid of the commission of the offense. We, in the Eastern District of New York U.S. Attorney's Office, are working closely with all of our law enforcement partners, the FBI, NYPD, ATF, U.S. Marshal Service, and others, including the Kings County District Attorney's Office. And my office and our law enforcement partners will use every tool at our disposal to bring this individual justice and bring justice to New Yorkers and restore safety. ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।